ਸਭ ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ ਤੇ। ਅੱਜ ਆਪਾਂ ਕਰਨ ਜਾ ਰਹੇ ਹਾਂ ਸਵਿਕਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਉਦਾਰਵਾਦ। ਇਸ ਤੋਂ ਪਹਿਲਾਂ ਵਾਲੀ ਵੀਡੀਓਜ਼ ਦਾ ਲਿੰਕ ਤੁਹਾਨੂੰ ਮਿਲ ਜਾਵੇਗਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚੋਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ, ਪਲੀਜ਼ ਇੱਕ ਵਾਰ ਕਮੈਂਟ ਬਾਕਸ ਜ਼ਰੂਰ ਚੈੱਕ ਕਰਿਆ ਕਰੋ, ਕਿਉਂਕਿ ਕਈ ਵਾਰ ਕੋਈ ਮਿਸਟੇਕ ਆ ਜਿਹੜੀ ਵੀਡੀਓ ਦੇ ਵਿੱਚ ਰਹਿ ਜਾਂਦੀ ਆ ਤਾਂ ਉੱਥੇ ਪਿੰਡ ਜ਼ਰੂਰ ਕੀਤੀ ਜਾਂਦੀ ਆ ਐਜ਼ ਅ ਕਮੈਂਟ। ਸੋ ਪਲੀਜ਼ ਉਹਨਾਂ ਕਮੈਂਟਸ ਨੂੰ ਰੀਡ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡੀ ਕੋਈ ਮਿਸਟੇਕ ਨਾ ਹੋ ਜਾਵੇ। ਜੋ ਆਪਾਂ ਪਿਛਲੀ ਵੀਡੀਓ ਸੀ ਉਸ ਦੇ ਵਿੱਚ ਇੱਕ ਮਿਸਟੇਕ ਸੀ, ਉਹ ਮੈਂ ਬੋਲ ਹੀ ਦਿੰਦੀ ਹਾਂ। ਉਹ ਸੀ ਜੀ ਰਾਜਤਰੰਗਨੀ ਅਤੇ ਉਹ ਰਚਨਾਕਾਰ ਨੇ ਜੀ ਉਹਨਾਂ ਦੇ ਕਲਹਨ, ਬਟ ਉਹ ਰੋਂਗ ਆ ਜਿਹੜਾ ਮੈਨਸ਼ਨ ਕੀਤਾ ਹੋਇਆ ਸੀ ਸਟਾਰਟਿੰਗ ਦੇ ਵਿੱਚ ਰੋਂਗ ਸੀ, ਬਟ ਇਨ ਬਿਟਵੀਨ ਆ ਜਾਂਦਾ ਵੀਡੀਓ ਦੇ ਵਿੱਚ ਸਹੀ ਵੀ, ਪਰ ਕਈ ਵਾਰ ਆਪਾਂ ਨੋਟ ਨਹੀਂ ਕਰਦੇ ਤਾਂ ਪਲੀਜ਼ ਇਸ ਨੂੰ ਜ਼ਰੂਰ ਨੋਟ ਕਰ ਲੈਣਾ। ਹਾਂਜੀ, ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ, ਜੋ ਕਿ ਹੈ ਉਦਾਰਵਾਦ। ਉਦਾਰਵਾਦ ਅੰਗਰੇਜ਼ੀ ਦੇ ਸ਼ਬਦ ਤੋਂ ਆਇਆ, ਪੰਜਾਬੀ ਦੇ ਵਿੱਚ ਉਹ ਸ਼ਬਦ ਸੀ ਜੀ ਲਿਬਰਲਿਜ਼ਮ। ਅਤੇ ਜਿਹੜਾ ਇਹ ਲਿਬਰਲਿਜ਼ਮ ਸ਼ਬਦ ਹੈ ਇਹ ਐਕਚੁਅਲ ਵਿੱਚ ਆਇਆ ਜੀ ਲਾਤੀਨੀ ਭਾਸ਼ਾ ਤੋਂ। ਲਾਤੀਨੀ ਭਾਸ਼ਾ ਦਾ ਸ਼ਬਦ ਹੈ ਲਿਬਰਲੈਸ, ਉਸ ਤੋਂ ਲਿਬਰਲਿਜ਼ਮ ਸ਼ਬਦ ਬਣਿਆ ਇੰਗਲਿਸ਼ ਦਾ। ਲਿਬਰਲੈਸ ਦਾ ਭਾਵ ਹੈ ਆਜ਼ਾਦ ਵਿਅਕਤੀ। ਹੁਣ ਆਪਾਂ ਜਿਹਦਾ ਕੇਂਦਰ ਬਿੰਦੂ ਮੰਨੀਏ, ਇਹਦਾ ਮੁੱਖ ਕੇਂਦਰ ਦੇਖੀਏ ਉਦਾਰਵਾਦ ਦਾ, ਉਹ ਕਿਸ ਚੀਜ਼ 'ਤੇ ਜ਼ੋਰ ਦੇ ਰਿਹਾ? ਉਹ ਦੇ ਰਿਹਾ ਆਜ਼ਾਦ ਵਿਅਕਤੀ ਦੀ ਸੁਤੰਤਰਤਾ 'ਤੇ ਜ਼ੋਰ ਦਿੱਤਾ ਇਸ ਸਿਧਾਂਤ ਨੇ। ਇਹ ਆਪਣੇ ਦਿਮਾਗ ਵਿੱਚ ਬਿਲਕੁਲ ਸੈੱਟ ਕਰ ਲਓ ਕਿ ਵਿਅਕਤੀ ਨੂੰ ਮੂਲ ਮੰਨ ਕੇ ਚੱਲਿਆ ਸੀ, ਵਿਅਕਤੀ ਦੀ ਸੁਤੰਤਰਤਾ ਨੂੰ ਮੂਲ ਮੰਨ ਕੇ ਚੱਲਿਆ ਸੀ ਉਦਾਰਵਾਦ। ਉਦਾਰਵਾਦ ਖਾਸ ਕਰਕੇ ਪੱਛਮ ਦੀ ਜਿਹੜੀ ਰਾਜਨੀਤਿਕ ਅਤੇ ਰਾਜਨੀਤਿਕ ਅਤੇ ਆਰਥਿਕ ਵਿਚਾਰਧਾਰਾ ਗਈ ਇਹ ਪੱਛਮ ਦੀ। ਇਹ ਵਿਚਾਰਧਾਰਾ ਸਮਰਾਟ ਦੇ ਦੈਵੀ ਅਧਿਕਾਰਾਂ ਅਤੇ ਰਾਜ ਦੀ ਨਿਰੰਕੁਸ਼ਤਾ ਦੇ ਬਿਲਕੁਲ ਹੀ ਵਿਰੋਧੀ ਸੀ, ਜਿਸ ਨੇ ਵਿਰੋਧ ਕੀਤਾ ਕਿ ਰਾਜੇ ਦੀਆਂ ਦੈਵੀ ਸ਼ਕਤੀਆਂ ਨੇ, ਜੋ ਭਾਵ ਕਿ ਉਹ ਜੋ ਕੁਝ ਵੀ ਕਹਿ ਦਿੰਦਾ ਉਹ ਸਹੀ ਆ, ਠੀਕ ਹੈ, ਉਹਦੇ ਵਿਰੋਧ 'ਚ ਆਵਾਜ਼ ਉਠਾਈ ਸੀਗੀ ਉਦਾਰਵਾਦੀਆਂ ਨੇ। ਅਤੇ ਇਸ ਤੋਂ ਬਿਨਾਂ ਜਿਹੜੀ ਰਾਜ ਦੀ ਨਿਰੰਕੁਸ਼ਤਾ ਭਾਵ ਕਿ ਤਾਨਾਸ਼ਾਹੀ ਦੇ ਬਿਲਕੁਲ ਹੀ ਖਿਲਾਫ ਸੀ ਉਦਾਰਵਾਦ। ਪ੍ਰਭਾਵੀ ਫਲਸਫਾ ਪ੍ਰਭਾਵ ਇਹਦਾ ਕਿੱਥੇ ਕਿੱਥੇ ਪਿਆ ਸੀ? ਉਹ ਪਿਆ ਸੀ ਜੀ ਮੋਸਟਲੀ ਪੱਛਮੀ ਦੇਸ਼ਾਂ ਦੇ ਵਿੱਚ। ਵਿਕਾਸ ਹੋਇਆ ਇਸ ਦਾ 16ਵੀਂ ਸਦੀ 'ਚ, ਅਤੇ ਆਪਾਂ 16ਵੀਂ 17ਵੀਂ ਸਦੀ ਵੀ ਆਪਾਂ ਨੂੰ ਮਿਲ ਸਕਦਾ, ਕਿਉਂਕਿ ਇਹਦਾ ਜਿਹੜਾ ਆਰੰਭ ਹੁੰਦਾ ਉਹ 16ਵੀਂ ਸਦੀ ਦੇ ਅਖੀਰ ਵਿੱਚ ਅਤੇ 17ਵੀਂ ਸਦੀ ਦੇ ਸ਼ੁਰੂ ਵਿੱਚ। ਸੋ ਇਹਨਾਂ ਦਾ ਜਿਹੜਾ ਵਿਕਾਸ ਦਾ ਸਮਾਂ ਵੈਸੇ ਤਾਂ ਆਪਾਂ ਨੂੰ 16ਵੀਂ ਸਦੀ ਹੀ ਆਵੇਗਾ। ਅਗਰ ਉੱਥੇ ਦੋ ਮੈਨਸ਼ਨ ਕੀਤੀਆਂ ਸਦੀਆਂ ਤਾਂ 16ਵੀਂ 17ਵੀਂ 'ਤੇ ਆਪਾਂ ਟਿਕ ਕਰਾਂਗੇ ਜੀ। ਐਡਮ ਸਮਿਥ ਅਤੇ ਰਿਕਾਰਡੋ ਵੀ ਇਸ ਦੇ ਸਮਰਥਕ ਸੀ, ਅਰਥ ਸ਼ਾਸਤਰੀ ਸੀ ਇਹ। ਜੇਮਸ ਪਹਿਲੇ, ਹਾਂਜੀ ਇਹ ਸ਼ੁਰੂ ਕਿਉਂ ਹੋਇਆ ਸੀਗਾ? ਜੇਮਸ ਪਹਿਲੇ ਦੇ ਪੁੱਤਰ ਚਾਰਲਸ ਪਹਿਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਕਿਉਂ ਉਹਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਜੇਮਸ ਪਹਿਲੇ ਦੇ ਪੁੱਤਰ ਚਾਰਲਸ ਪਹਿਲੇ ਨੂੰ? ਕਿਉਂਕਿ ਉਹ ਨਿਰੰਕੁਸ਼ ਹੋ ਗਿਆ ਸੀ ਅਤੇ ਲੋਕ ਉਸਦੇ ਵਿਰੋਧ ਹੋਣੇ ਸ਼ੁਰੂ ਹੋ ਗਏ ਸੀ, ਜਿਸ ਕਰਕੇ ਉਦਾਰਵਾਦ ਦਾ ਜਿਹੜਾ ਜਨਮ ਵੀ ਉੱਥੇ ਹੀ ਸਟਾਰਟ ਹੋ ਗਿਆ। 1649 ਤੋਂ ਲੈ ਕੇ 1660 ਤੱਕ ਇੰਗਲੈਂਡ ਦੇ ਵਿੱਚ ਗਣਤੰਤਰੀ ਸ਼ਾਸਨ ਰਿਹਾ, ਪਰ ਉਸ ਤੋਂ ਬਾਅਦ 1660 ਵਿੱਚ ਫਿਰ ਰਾਜਤੰਤਰ ਹੋ ਗਿਆ। ਇਹ ਇੰਨਾ ਸਮਾਂ ਕਿਉਂ ਰਿਹਾ ਸੀ? ਕਿਉਂਕਿ ਉਸ ਤੋਂ ਪਹਿਲਾਂ ਚਾਰਲਸ ਪਹਿਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਤਾਂ ਕਰਕੇ ਉੱਥੇ ਰਾਜਤੰਤਰ ਦੀ ਥਾਂ 'ਤੇ ਗਣਤੰਤਰ ਸਥਾਪਿਤ ਹੋ ਗਿਆ ਸੀ। ਫਿਰ 60 ਦੇ ਵਿੱਚ ਫਿਰ ਤੋਂ ਰਾਜਤੰਤਰ ਆ ਜਾਂਦਾ ਜੀ। ਹੁਣ ਤੱਕ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਕਿ ਵਿਕਾਸ ਹੋ ਚੁੱਕਿਆ ਸੀ ਉਦਾਰਵਾਦ ਦਾ ਨਾ, ਤਾਂ ਵਿਰੋਧ ਹੋਣਾ ਲਾਜ਼ਮੀ ਸੀ। ਤਾਂ 1688 ਦੇ ਵਿੱਚ ਇੰਗਲੈਂਡ 'ਚ ਸ਼ਾਨਦਾਰ ਕ੍ਰਾਂਤੀ ਆਉਂਦੀ ਆ। ਜਿਹੜਾ ਜੇਮਸ ਦੂਜਾ ਸੀ ਉਹ ਫਰਾਂਸ ਭੱਜ ਜਾਂਦਾ, ਲੋਕਾਂ ਨੇ ਕਿਉਂਕਿ ਉਸ ਦਾ ਵਿਰੋਧ ਬਹੁਤ ਕੀਤਾ। ਤਾਂ ਉਸ ਤੋਂ ਬਾਅਦ ਕੀ ਹੁੰਦਾ? ਇੰਗਲੈਂਡ 'ਚ ਉਚਿਤ ਅਤੇ ਸੀਮਤ ਰਾਜਤੰਤਰ ਦੀ ਸਥਾਪਨਾ ਹੋ ਜਾਂਦੀ ਹੈ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ ਕੌਨਸਟੀਟਿਊਸ਼ਨਲ ਮੋਨਾਰਕੀ। ਇੰਗਲੈਂਡ ਦੇ ਨਵੇਂ ਸ਼ਾਸਕ ਬਣੇ ਸੀ ਉਸ ਤੋਂ ਬਾਅਦ, ਕ੍ਰਾਂਤੀ ਤੋਂ ਬਾਅਦ ਇੰਗਲੈਂਡ ਦੀ ਤੋਂ ਮੇਰੀ ਅਤੇ ਵਿਲੀਅਮ। ਉਹਨਾਂ ਨੇ ਇੱਕ ਬਿੱਲ 'ਤੇ ਜਿਹੜੇ ਦਸਤਖਤ ਕੀਤੇ ਸੀ, ਉਹ ਬਿੱਲ ਦਾ ਨੇਮ ਸੀ ਜੀ ਇੱਕ ਅਧਿਕਾਰ ਪੱਤਰ, ਬਿੱਲ ਆਫ ਰਾਈਟਸ ਜਿਹਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ। ਉਹਦੇ ਵਿੱਚ ਕੀ ਕਿਹਾ ਗਿਆ ਸੀ ਕਿ ਉਹ ਸੰਸਦ ਵਿੱਚ ਸਹਿਮਤੀ ਦੀ ਘਾਟ ਵਿੱਚ ਨਾ ਤਾਂ ਕਰ ਲਗਾਉਣਗੇ ਜੇ ਬਹੁਮਤ ਨਹੀਂ ਜਾਂ ਸਹਿਮਤੀ ਨਹੀਂ, ਅਤੇ ਨਾ ਹੀ ਧਾਰਮਿਕ ਮਾਮਲਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਖਲ ਦੇਣਗੇ। ਭਾਵ ਕਿ ਮਨੁੱਖ ਦੀ ਸੁਤੰਤਰਤਾ ਜਿਹੜੀ ਉਸ ਨੂੰ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਕੀਤਾ ਜਾਵੇਗਾ। ਜੌਨ ਲੌਕ, ਇਸ ਨੂੰ ਯਾਦ ਰੱਖ ਲਓ ਕਿਉਂਕਿ ਇਹ ਕੁਐਸਚਨ ਪੁੱਛ ਹੀ ਲੈਂਦਾ ਕਿ ਉਦਾਰਵਾਦ ਦਾ ਜਨਮਦਾਤਾ ਕੌਣ ਹੈ? ਤਾਂ ਉਹ ਹਨ ਜੀ ਜੌਨ ਲੌਕ, ਕਿਉਂਕਿ ਇਹਨਾਂ ਦੀ ਅੰਡਰ ਹੀ ਉਦਾਰਵਾਦ ਆ ਜਿਹੜਾ ਬਹੁਤ ਹੀ ਪ੍ਰਫੁੱਲਿਤ ਹੋਇਆ
ਭਾਵੇਂ ਕਿ ਹੋਰ ਵੀ ਵਿਦਵਾਨ ਹੋਏ, ਪਰ ਇਹਨਾਂ ਨੂੰ ਮੇਨ ਮੰਨਿਆ ਜਾਂਦਾ, ਜਿਸ ਕਰਕੇ ਇਸ ਨੂੰ ਜਨਮਦਾਤਾ ਮੰਨ ਲੈਂਦੇ ਆ ਰਾਜਨੀਤਿਕ ਉਦਾਰਵਾਦ ਦਾ। ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਵਿਚਾਰਕ ਹੋਏ ਆ ਅੰਗਰੇਜ਼ੀ ਦੇ, ਜਿਨ੍ਹਾਂ ਨੇ ਉਦਾਰਵਾਦ ਦੀ ਵਿਆਖਿਆ ਕੀਤੀ। ਆਪਾਂ ਉਹਨਾਂ ਦੇ ਨਾਮ ਪੜ੍ਹਦੇ ਹਾਂ ਜੀ। ਜੌਨ ਲੌਕ, ਅਰਥਸ਼ਾਸਤਰੀ ਐਡਮ ਸਮਿਥ, ਅੰਗਰੇਜ਼ ਉਪਯੋਗਤਾਵਾਦੀ ਵਿਚਾਰਕ ਜਰਮੀ ਬੈਂਥਮ, ਜੇਮਸ ਮਿਲ, ਅਤੇ ਵਿਅਕਤੀਵਾਦੀ ਵਿਚਾਰਕ ਹਰਬਰਟ ਸਪੈਂਸਰ, ਜੌਨ ਸਟੂਅਰਟ ਮਿਲ, TH ਗ੍ਰੀਨ ਅਤੇ ਹੈਰੋਲਡ ਜੇ ਲਾਸਕੀ, ਬਰਟੰਡ ਰਸਲ। ਹਾਂਜੀ ਇਹ ਕੁਝ ਵਿਦਵਾਨ ਸੀਗੇ ਜਿਨ੍ਹਾਂ ਨੇ ਇਸ ਦੇ ਸਮਰਥਕ ਸੀਗੇ ਉਦਾਰਵਾਦ ਦੇ, ਜਿਨ੍ਹਾਂ ਨੇ ਸਪੋਰਟ ਕਰੀ ਇਸ ਨੂੰ ਅਤੇ ਵਿਕਾਸ ਕਰਿਆ ਇਸ ਦਾ। ਹੁਣ ਆਪਾਂ ਇਹਨਾਂ ਦੇ ਅਹਿਮ ਪੱਖ ਦੇਖ ਲਈਏ ਕੀ ਸੀ, ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਆਟੋਕ੍ਰੇਸੀ ਭਾਵ ਕਿ ਤਾਨਾਸ਼ਾਹੀ ਦੇ ਬਿਲਕੁਲ ਵਿਰੁੱਧ ਕਿਹੜੀ ਧਾਰਨਾ ਸੀ? ਉਦਾਰਵਾਦ। ਇਸ ਨੂੰ ਦਿਮਾਗ 'ਚ ਸੈੱਟ ਕਰ ਲਓ ਜੀ। ਵਿਅਕਤੀ ਦੀ ਸੁਤੰਤਰਤਾ ਦੇ ਪੱਖ ਵਿੱਚ ਸੀ ਇਹ। ਹੋਰ ਆਪਾਂ ਕਹਿੰਦੇ ਸਿਧਾਂਤ ਸੀਗੇ, ਉਹਨਾਂ ਨੇ ਇਹਨਾਂ ਵਿਅਕਤੀ ਦੀ ਸੁਤੰਤਰਤਾ ਨੂੰ ਨਹੀਂ ਉਭਾਰਿਆ ਸੀ ਜਿੰਨਾ ਕਿ ਇਸ ਨੇ ਫੋਕਸ ਕੀਤਾ ਸੀ। ਇਹੀ ਜਿਹੜੀ ਇਹਦੀ ਵਿਚਾਰਧਾਰਾ ਮੇਨ ਸੀ, ਤਾਨਾਸ਼ਾਹ ਦੇ ਵਿਰੋਧ ਅਤੇ ਵਿਅਕਤੀ ਦੀ ਸੁਤੰਤਰਤਾ ਦੇ ਪੱਖ 'ਚ। ਇਸ ਤੋਂ ਇਲਾਵਾ ਰਾਜ ਦੇ ਵੀ ਬਿਲਕੁਲ ਇਹ ਵਿਰੋਧੀ ਸੀਗੇ। ਹੁਣ ਆਪਾਂ ਕਰਦੇ ਹਾਂ ਜੀ ਅੱਗੇ ਉਦਾਰਵਾਦ ਬਾਰੇ ਵਿਸਤਾਰਪੂਰਵਕ ਜਾਣਕਾਰੀ। ਪਹਿਲਾਂ ਤਾਂ ਜਿਸ ਨੂੰ ਦੋ ਭਾਗਾਂ 'ਚ ਵੰਡਿਆ ਜਾਂਦਾ, ਮੁੱਢਲਾ ਉਦਾਰਵਾਦ ਅਤੇ ਆਧੁਨਿਕ ਜਾਂ ਸਮਕਾਲੀ ਜਾਂ ਨਵਾਂ ਉਦਾਰਵਾਦ। ਅਤੇ ਮੁੱਢਲੇ ਨੂੰ ਆਪਾਂ ਪੁਰਾਣਾ, ਪਰੰਪਰਾਵਾਦੀ, ਪੁਰਾਤਨ, ਕੁਛ ਵੀ ਮਿਲ ਸਕਦਾ ਤੁਹਾਨੂੰ। ਇਸ ਦਾ ਦੋ ਭਾਗਾਂ 'ਚ ਇਸ ਨੂੰ ਵੰਡਿਆ ਗਿਆ। ਉਦਾਰਵਾਦੀ ਵਿਚਾਰਧਾਰਾ ਦੀ ਸਰਵੋਤਮ ਉਦਾਹਰਨ ਜਿਹੜੀ ਉਹ ਅਮਰੀਕੀ ਲੇਖਕ ਥਾਮਸ ਜੈਫਰਸਨ ਦੀਆਂ ਲਿਖਤਾਂ 'ਚੋਂ ਸਾਨੂੰ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਪ੍ਰਭਾਵਿਤ ਹੋਏ ਸੀਗੇ ਥਾਮਸ ਜੈਫਰਸਨ, ਉਹ ਜੌਨ ਲੌਕ ਤੋਂ ਹੋਏ ਸੀ। ਉੱਤਮ ਵਿਆਖਿਆ ਜਿਹੜੀ ਮਿਲਦੀ ਆ ਉਹ ਜੌਨ ਸਟੂਅਰਟ ਦੀਆਂ ਲਿਖਤਾਂ 'ਚੋਂ ਮਿਲਦੀ ਆ ਉਦਾਰਵਾਦ ਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਕਲਾਸੀਕਲ ਉਦਾਰਵਾਦ ਦੀ, ਪੁਰਾਤਨ ਉਦਾਰਵਾਦ ਦੀ, ਜੋ ਕਿ ਪੂਰਨ ਰੂਪ ਦੇ ਵਿੱਚ ਵਿਅਕਤੀਵਾਦ ਸੁਤੰਤਰਤਾ ਦਾ ਹੀ ਦੂਜਾ ਨਾਮ ਸੀ। ਜੋ ਮੁੱਖ ਤੌਰ 'ਤੇ ਇਸ ਵਿਚਾਰਧਾਰਾ ਦੇ ਸਮਰਥਕ ਰਹੇ ਜੀ, ਇਹ ਤਿੰਨ ਵਿਦਵਾਨ ਰਹੇ ਸੀ, ਜੌਨ ਲੌਕ, ਐਡਮ ਸਮਿਥ, ਹਰਬਰਟ ਸਪੈਂਸਰ। ਇਹਨਾਂ ਤਿੰਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ। ਵਿਅਕਤੀ ਸਮਾਜਿਕ ਵਿਵਸਥਾ ਦਾ ਕੇਂਦਰ ਹੈ, ਉਸ ਨੂੰ ਵੱਧ ਤੋਂ ਵੱਧ ਸੁਤੰਤਰਤਾ ਦਿੱਤੀ ਜਾਣੀ ਚਾਹੀਦੀ ਹੈ। ਭਾਵ ਕਿ ਜਿਹੜਾ ਵਿਅਕਤੀ ਆ ਉਹੀ ਸਮਾਜਿਕ ਵਿਵਸਥਾ ਦਾ ਕੇਂਦਰ ਹੈ ਅਤੇ ਉਹਨੂੰ ਹਰ ਤਰ੍ਹਾਂ ਦੀ ਵੱਧ ਤੋਂ ਵੱਧ ਸੁਤੰਤਰਤਾ ਦੇਣੀ ਚਾਹੀਦੀ ਹੈ ਆਪਣਾ ਵਿਕਾਸ ਕਰਨ ਦੇ ਲਈ। ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ। ਵਿਅਕਤੀ ਦੇ ਸਟੇਟ ਜਾਂ ਰਾਜ ਦਾ ਅਧਿਕਾਰ ਨਾ ਹੋਵੇ, ਬਲਕਿ ਕੁਦਰਤੀ ਅਧਿਕਾਰ ਹੋਵੇ। ਇਹਨਾਂ ਵੀ ਕੁਦਰਤੀ ਅਧਿਕਾਰ ਹੋਣਾ ਚਾਹੀਦਾ ਮਨੁੱਖ ਦੇ ਉੱਪਰ, ਵਿਅਕਤੀ ਦੇ ਉੱਪਰ, ਨਾ ਕਿ ਰਾਜ ਜਾਂ ਸਰਕਾਰ ਦੇ। ਠੀਕ ਹੈ, ਕਿਉਂਕਿ ਇਹ ਰਾਜ ਸਰਕਾਰ ਦਾ ਬਿਲਕੁਲ ਵਿਰੋਧੀ ਸੀ, ਜਿਸ ਦੇ ਕਰਕੇ ਹੀ ਇਸ ਵਿਚਾਰਧਾਰਾ ਦੀ ਆਲੋਚਨਾ ਹੋਣੀ ਵੀ ਸ਼ੁਰੂ ਹੋ ਗਈ। ਹਾਂਜੀ, ਇਹਨਾਂ ਦੇ ਜਿਹੜੇ ਮੁੱਖ ਤਿੰਨ ਅਧਿਕਾਰ ਮੰਨੇ ਆ ਲੌਕ ਦੇ, ਜੀਵਨ, ਆਜ਼ਾਦੀ ਅਤੇ ਕੁਦਰਤੀ। ਮਤਲਬ ਜੀਵਨ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਕੁਦਰਤੀ ਅਧਿਕਾਰ। ਕਾਹਦੀ ਆਜ਼ਾਦੀ ਦਾ ਜੀ? ਸੰਪੱਤੀ ਦੀ ਆਜ਼ਾਦੀ ਦਾ ਅਧਿਕਾਰ। ਇਹ ਤਿੰਨ ਅਧਿਕਾਰ ਸੀ ਜਿਹਨੂੰ ਰੱਖਣ ਦੇ ਵਿੱਚ, ਇਹ ਪੱਖ ਦੇ ਵਿੱਚ ਸੀ ਜੌਨ ਲੌਕ। ਤਾਂ ਪੁੱਛ ਲੈਂਦੇ ਨੇ ਕਿ ਜੌਨ ਲੌਕ ਦੇ ਕਿੰਨੇ ਅਧਿਕਾਰਾਂ 'ਤੇ ਜ਼ੋਰ ਦਿੱਤਾ ਹੈ? ਉਹ ਤਿੰਨ ਸੀਗੇ ਜੀ। ਧਿਆਨ ਨਾਲ ਸੁਣ ਲਵੋ ਕਿਉਂਕਿ ਇੱਥੇ ਮਿਸਟੇਕ ਹੋਈ ਵੀ ਹੈ, ਕਲੀਅਰ ਵੀ ਨਹੀਂ ਹੋਇਆ ਹੋਣਾ ਤੁਹਾਨੂੰ। ਜੀਵਨ ਦਾ ਅਧਿਕਾਰ, ਨੰਬਰ 2 ਸੰਪੱਤੀ ਦਾ ਅਧਿਕਾਰ ਅਤੇ ਨੰਬਰ 3 ਕੁਦਰਤੀ ਅਧਿਕਾਰ। ਇਹ ਤਿੰਨ ਅਧਿਕਾਰਾਂ 'ਤੇ ਜ਼ੋਰ ਦਿੱਤਾ ਸੀ ਜੌਨ ਲੌਕ ਨੇ। 1688 ਵਿੱਚ ਜੋ ਇੰਗਲੈਂਡ ਦੀ ਕ੍ਰਾਂਤੀ ਹੋਈ ਸੀ ਉਹਦਾ ਬਿਲਕੁਲ ਪੂਰਨ ਤੌਰ 'ਤੇ ਪੱਖ ਪੂਰਿਆ ਸੀ ਜੌਨ ਲੌਕ ਨੇ। ਉਸ ਦੇ ਅਨੁਸਾਰ ਇਹ ਬਿਲਕੁਲ ਦਰੁਸਤ ਸੀਗੀ, ਜਿਹੜੀ ਕ੍ਰਾਂਤੀ ਹੋਈ ਸੀ ਬਿਲਕੁਲ ਸਹੀ ਸੀ। ਰਾਜ ਦੁਆਰਾ ਆਰਥਿਕ ਖੇਤਰ ਵਿੱਚ ਦਖਲ ਨਾ ਦੇਣ ਦੀ ਵਿਵਸਥਾ, ਜਿਨ੍ਹਾਂ ਨੇ ਜ਼ੋਰ ਦਿੱਤਾ ਕਿ ਰਾਜ ਦੁਆਰਾ ਆਰਥਿਕ ਖੇਤਰ ਦੇ ਵਿੱਚ ਬਿਲਕੁਲ ਦਖਲ ਨਹੀਂ ਦੇਣਾ ਚਾਹੀਦਾ। ਜਿਸ ਨੂੰ ਜੋ ਵੀ ਵਿਅਕਤੀ ਹੈ ਉਸ ਨੂੰ ਆਪਣੀ ਵੱਧ ਤੋਂ ਵੱਧ ਸੰਪੱਤੀ ਜੋੜਨ ਦਾ ਅਧਿਕਾਰ ਹੈ, ਉਸ ਦੇ ਉੱਪਰ ਰਾਜ ਦੁਆਰਾ ਕੋਈ ਵੀ ਰੋਕ ਨਹੀਂ ਲਾਉਣੀ ਚਾਹੀਦੀ। ਅਤੇ ਇਸ ਅਧਿਕਾਰ ਨੂੰ ਆਪਾਂ ਬੋਲਦੇ ਹਾਂ ਜੀ, ਇਸ ਜਿਹੜੀ ਨੀਤੀ ਸੀ ਉਸ ਨੂੰ ਬੋਲਦੇ ਹਾਂ ਪੋਲਿਸੀ ਆਫ ਲੈਜਿਸ ਫੇਅਰ। ਇਹ ਨੈਗੇਟਿਵ ਲਿਬਰਲਿਜ਼ਮ ਦੇ ਨਾਲ ਵੀ ਇਹਨੂੰ ਜਾਣਿਆ ਜਾਂਦਾ। ਕਿਉਂ ਜਾਣਿਆ ਜਾਂਦਾ? ਕਿਉਂਕਿ ਜੇ ਇਹਨਾਂ ਨੇ ਰਾਜ ਦੀ ਨਿੰਦਿਆ ਨਹੀਂ ਕੀਤੀ, ਮੰਨ ਲਓ ਵੀ ਰਾਜ ਦੇ ਵਿਰੋਧੀ ਸੀਗੇ ਇਹ, ਹੈ ਨਾ। ਅਤੇ ਦੂਜਾ, ਇਹਨਾਂ ਨੇ ਇਕੱਲੇ ਸਿਰਫ ਆਰਥਿਕ ਪੱਖ ਨੂੰ ਕਹਿ ਦਈਏ ਜਾਂ ਨਿੱਜੀ ਸੁਤੰਤਰਤਾ ਨੂੰ ਹੀ ਜ਼ੋਰ ਦਿੱਤਾ। ਬਾਕੀ ਜਿਹੜੇ ਉਹਨਾਂ ਦੇ ਸਮਾਜਿਕ ਪੱਖ ਸੀਗੇ, ਹੋਰ ਜੋ ਕ੍ਰਿਤੀਆਂ ਚੱਲ ਰਹੀਆਂ ਸੀ ਉਹਨਾਂ 'ਤੇ ਬਿਲਕੁਲ ਧਿਆਨ ਨਾ ਦਿੱਤਾ।
ਠੀਕ ਹੈ ਨਾ। ਤਾਂ ਇਸ ਕਰਕੇ ਇਹਦਾ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ, ਜਿਸ ਕਰਕੇ ਇਹਨੂੰ ਨੈਗੇਟਿਵ ਲਿਬਰਲਿਜ਼ਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਅਤੇ ਪੋਲਿਸੀ ਪੁੱਛ ਲੈਂਦੇ ਇਹਨਾਂ ਦੀ ਪੋਲਿਸੀ ਸੀ ਜੀ ਪੋਲਿਸੀ ਆਫ ਲੈਜਿਸ ਫੇਅਰ, ਭਾਵ ਕਿ ਰਾਜ ਦੀ ਕਿਸੇ ਤਰ੍ਹਾਂ ਵੀ ਆਰਥਿਕ ਵਿਕਾਸ ਕਰਨ ਵਿੱਚ ਦਖਲਅੰਦਾਜ਼ੀ ਨਾ ਹੋਣਾ। ਸਟੇਟ ਇਜ਼ ਅ ਨੈਸੈਸਰੀ ਈਵਲ, ਜਿਹੜੀ ਕਿ ਰਾਜ ਆ ਇੱਕ ਜ਼ਰੂਰੀ ਬੁਰਾਈ ਆ, ਇਹ ਵੀ ਮੰਨਿਆ ਸੀਗਾ ਉਦਾਰਵਾਦੀਆਂ ਨੇ ਕਿਹਾ ਸੀ। ਜੇ ਆਪਾਂ ਇਹਨਾਂ ਦੀਆਂ ਮੇਨ ਫੀਚਰਸ ਦੀ ਗੱਲ ਕਰੀਏ ਕਲਾਸੀਕਲ ਉਦਾਰਵਾਦੀਆਂ, ਤਾਂ ਵਿਅਕਤੀ 'ਤੇ ਵਿਸ਼ਵਾਸ ਸੀ, ਇਹਨਾਂ ਨੂੰ ਪੂਰਨ ਤੌਰ 'ਤੇ ਵਿਸ਼ਵਾਸ ਕਰਦੇ ਸੀ ਕਿ ਜੋ ਵੀ ਮਨੁੱਖ ਕਰਦਾ ਗਾ, ਵਿਸ਼ਵਾਸ ਕਰਦੇ ਸੀ ਕਿ ਉਹ ਆਪਣਾ ਵਿਕਾਸ ਕਰ ਸਕਦਾ ਅਤੇ ਉਹ ਤਰਕਸ਼ੀਲ ਹੈ, ਬੁੱਧੀਮਾਨ ਹੈ ਨਾ, ਵਿਗਿਆਨਿਕ ਸੋਚ ਰੱਖਦਾ, ਜਿਸ ਕਰਕੇ ਉਹ ਕੋਈ ਵੀ ਚੀਜ਼ ਉਸ ਦਾ ਵਿਕਾਸ ਕਰ ਸਕਦਾ। ਇਹਨਾਂ ਨੂੰ ਮਨੁੱਖ 'ਤੇ ਬਹੁਤ ਜ਼ਿਆਦਾ ਯਕੀਨ ਸੀ, ਵਿਅਕਤੀ ਦੀ ਬੌਧਿਕ ਸ਼ਕਤੀ 'ਤੇ ਬਿਲਕੁਲ ਯਕੀਨ ਕਰਦੇ ਸੀ। ਇਹ ਨਿੱਜੀ ਸੰਪੱਤੀ ਦਾ ਸਮਰਥਨ ਕੀਤਾ ਕਿ ਜਿੰਨਾ ਚਾਹੇ ਮਨੁੱਖ ਆ, ਵਿਅਕਤੀ ਆ, ਉਹ ਧਨ ਰੱਖ ਸਕਦਾ ਅਤੇ ਰਾਜ ਨੂੰ ਉਸ ਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਰਾਜ ਦੀ ਗੈਰ ਦਖਲਅੰਦਾਜ਼ੀ ਦੀ ਨੀਤੀ ਦੇ ਪੱਖ ਵਿੱਚ ਸੀ। ਇਸ ਤੋਂ ਬਿਨਾਂ ਇਹਨਾਂ ਨੇ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਅਤੇ ਹਿੰਸਾ ਦੇ ਬਿਲਕੁਲ ਇਹ ਵਿਰੋਧੀ ਸੀ, ਹਿੰਸਾ ਕਰਨ ਦੇ ਪੱਖ ਵਿੱਚ ਨਹੀਂ ਸੀ। ਇਹ ਨਹੀਂ ਹੋ ਜਾਣਾ ਕਿ ਵੀ ਉਦਾਰਵਾਦੀ ਜਿਹੜੇ ਰਾਜ ਦੇ ਵਿਰੋਧੀ ਸੀ ਪਰ ਇਹ ਹਿੰਸਾ ਕਰਨਗੇ, ਨਹੀਂ। ਇੱਥੇ ਇਹ ਗਲਤ ਆ ਕਿ ਇਹ ਹਿੰਸਾ ਦੇ ਬਿਲਕੁਲ ਹੀ ਵਿਰੋਧੀ ਸੀ, ਅਹਿੰਸਕ ਨੀਤੀਆਂ ਅਪਣਾਉਂਦੇ ਸੀਗੇ ਤਾਂ ਜੋ ਲੜਾਈ ਝਗੜਾ ਜਿਹੜਾ ਸਮਾਜ ਵਿੱਚ ਨਾ ਹੋ ਸਕੇ। ਸਮਾਜਿਕ ਸੁਤੰਤਰਤਾ ਅਤੇ ਸਮਾਜਿਕ ਸਮਾਨਤਾ ਦੇਣ ਦੇ ਪੱਖ ਵਿੱਚ ਸੀ। ਸੁਤੰਤਰ ਖੁੱਲ੍ਹੇ ਮੁਕਾਬਲੇ ਦੀ ਨੀਤੀ ਦੇ ਪੱਖ ਵਿੱਚ ਸੀ, ਸੁਤੰਤਰ ਤੌਰ 'ਤੇ ਖੁੱਲ੍ਹੇ ਮੁਕਾਬਲੇ ਦੀ ਨੀਤੀ 'ਚ ਸੀ। ਵੱਧ ਤੋਂ ਵੱਧ ਜਿੰਨਾ ਵੀ ਧਨ ਕਮਾਇਆ ਜਾ ਸਕਦਾ ਕੋਈ ਵੀ ਕਮਾ ਸਕਦਾ ਅਤੇ ਰਾਜ ਉਹਦੇ ਵਿੱਚ ਕੋਈ ਵੀ ਕਰ ਵਗੈਰਾ ਨਹੀਂ ਲਗਾਵੇਗਾ ਹੈ ਨਾ। ਨਿਖੇਧਮਾ, ਇਹਨੂੰ ਹੋਰ ਆਪਾਂ ਪਹਿਲੇ ਵੀ ਕਰ ਚੁੱਕੇ ਹਾਂ ਕਿ ਨੈਗੇਟਿਵ ਲਿਬਰਲਿਜ਼ਮ ਵੀ ਕਿਹਾ ਜਾਂਦਾ ਇਸ ਨੂੰ, ਹੈ ਨਾ। ਤਾਂ ਇਸ ਨੂੰ ਨਿਖੇਧਾਤਮਕ ਉਦਾਰਵਾਦ ਵੀ ਕਹਿੰਦੇ ਆ ਅਤੇ ਇਹਨੂੰ ਪੁਰਾਤਨ ਥਿਊਰੀ ਨੂੰ ਕਹਿੰਦੇ ਆ, ਨਿਊ ਨੂੰ ਨਹੀਂ ਕਹਿੰਦੇ। ਇਹ ਵੀ ਗੱਲ ਧਿਆਨ 'ਚ ਰੱਖਣੀ ਆ ਤੁਸੀਂ। ਇਸ ਨੂੰ ਨਿਖੇਧਾਤਮਕ ਉਦਾਰਵਾਦ ਦੇ ਨਾਲ ਜਾਣਿਆ ਜਾਂਦਾ ਅਤੇ ਖੁੱਲ੍ਹੇ ਵਪਾਰ ਦਾ ਸਮਰਥਕ ਕਿਹਾ ਜਾਂਦਾ ਇਸ ਨੂੰ। ਹੁਣ ਆਪਾਂ ਗੱਲ ਕਰਾਂਗੇ ਜੀ ਸਮਕਾਲੀ ਉਦਾਰਵਾਦ ਦੀ। ਜਿਹੜਾ ਸਮਕਾਲੀ ਉਦਾਰਵਾਦ ਆ ਜੀ, ਇਸ ਦਾ ਵਿਕਾਸ ਹੋਇਆ 18ਵੀਂ ਸਦੀ ਦੇ ਅੰਤ ਅਤੇ 19ਵੀਂ ਸਦੀ ਦੇ ਸ਼ੁਰੂਆਤ 'ਚ। ਕਾਰਨ ਰਾਜ ਦੀ ਦਖਲ ਅੰਦਾਜ਼ੀ ਨਾ ਹੋਣ ਕਰਕੇ ਜਿਹੜੇ ਪੂੰਜੀਪਤੀ ਸੀ ਉਹ ਹੋਰ ਅਮੀਰ ਹੋ ਗਏ, ਹੈ ਨਾ। ਜਿਹੜੇ ਗਰੀਬ ਸੀਗੇ ਉਹਨਾਂ ਦਾ ਉਹਨਾਂ ਨੇ ਸ਼ੋਸ਼ਣ ਕਰਨਾ ਸਟਾਰਟ ਕਰਤਾ, ਗਰੀਬ ਹੋਰ ਗਰੀਬ ਹੁੰਦਾ ਗਿਆ। ਤਾਂ ਕਰਕੇ ਇਸ ਦੇ ਕਾਰਨ ਇਹਦੇ ਵਿੱਚ ਕੁਛ ਸੁਧਾਰ ਕੀਤੇ ਗਏ ਅਤੇ ਸਮਕਾਲੀ ਉਦਾਰਵਾਦ ਜੋ ਸਾਡਾ ਨਵੀਨ ਉਦਾਰਵਾਦ ਆ ਉਹ ਸਾਡੇ ਸਾਹਮਣੇ ਆਇਆ। ਅਤੇ ਇਸ ਦੇ ਜੋ ਸਮਰਥਕ ਸੀ ਬੈਂਥਮ, JS ਮਿਲ, TH ਗ੍ਰੀਨ, ਮੈਕਾਈਵਰ, ਲਾਸਕੀ, ਬਾਰਕਰ ਸਨ। ਜਿਹੜਾ ਮਾਡਰਨ ਲਿਬਰਲਿਜ਼ਮ ਆ ਇਹ ਰਾਜ ਨੂੰ ਇੱਕ ਕਲਿਆਣਕਾਰੀ ਸੰਸਥਾ ਮੰਨਦਾ, ਜਦ ਕਿ ਜਿਹੜਾ ਪੁਰਾਤਨ ਉਦਾਰਵਾਦ ਸੀ ਆਪਾਂ ਕਰ ਚੁੱਕੇ ਹਾਂ, ਉਹ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦਾ ਸੀ। ਹੁਣ ਆਪਾਂ ਇਸ ਦੀਆਂ ਮੇਨ ਫੀਚਰਸ 'ਤੇ ਗੱਲਾਂ ਕਰ ਲੈਂਦੇ ਹਾਂ ਜੀ, ਕੀ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਸੀ ਮੁੱਖ। ਜੋ ਸਮਕਾਲੀ ਉਦਾਰਵਾਦ ਹੈ, ਰਾਜ ਇੱਕ ਨੈਤਿਕ ਸੰਸਥਾ, ਅਧਿਕਾਰ ਕਹਿੰਦੇ ਕੁਦਰਤੀ ਨਹੀਂ ਸਗੋਂ ਰਾਜ ਦੁਆਰਾ ਦਿੱਤੇ ਜਾਂਦੇ ਆ। ਸਮਾਜ ਨੂੰ ਇਹਨਾਂ ਨੇ ਜ਼ਿਆਦਾ ਇੰਪੋਰਟੈਂਸ ਦਿੱਤੀ, ਮਤਲਬ ਸਮਾਜ ਵਿੱਚ ਜੋ ਵੀ ਹੁੰਦਾ ਹੈ ਨਾ ਉਸ ਨੂੰ ਵੀ ਇਹਨਾਂ ਨੇ ਆਪਦੀਆਂ ਜਿਹੜੀਆਂ ਪੋਲਿਸੀਜ਼ ਸੀ ਉਹਦੇ ਵਿੱਚ ਰੱਖਿਆ। ਪ੍ਰਤੀਨਿਧੀ ਸੰਸਥਾਵਾਂ ਦਾ ਸਮਰਥਨ ਕੀਤਾ, ਵਿਅਕਤੀਵਾਦ ਦਾ ਇਹਨਾਂ ਨੇ ਬਿਲਕੁਲ ਹੀ ਖੰਡਨ ਕਰਤਾ, ਓਪੋਜਿਟ ਆ ਗਈ। ਹਿੰਸਾ ਦੀ ਮਨਾਹੀ ਹੈ ਇਹਨਾਂ ਨੇ ਵੀ ਕੀਤੀ ਅਤੇ ਉਹਨਾਂ ਨੇ ਵੀ ਕਰੀ ਸੀਗੀ। ਅਤੇ ਧਰਮ ਨਿਰਪੱਖਤਾ 'ਤੇ ਜ਼ੋਰ ਦਿੱਤਾ, ਕੋਈ ਵੀ ਵਿਅਕਤੀ ਕੋਈ ਵੀ ਧਰਮ ਨੂੰ ਮੰਨ ਸਕਦਾ ਹੈ। ਅਤੇ ਮਨੁੱਖੀ ਸੁਤੰਤਰਤਾ 'ਚ ਵੀ ਇਹਨਾਂ ਨੂੰ ਵੀ ਵਿਸ਼ਵਾਸ ਸੀ। ਅਤੇ ਇਹਨਾਂ ਨੇ ਜਿਹੜੀਆਂ ਸੁਤੰਤਰਤਾਵਾਂ ਸੀਗੀਆਂ 8 ਕਰ ਦਿੱਤੀਆਂ ਸੀ, ਇਹ ਵੀ ਗੱਲ ਯਾਦ ਰੱਖਿਓ। ਇਹਨਾਂ 'ਚ ਦੋਨਾਂ 'ਚ ਹੀ ਜੋ ਪੁਰਾਤਨ ਉਦਾਰਵਾਦ ਅਤੇ ਸਮਕਾਲੀ ਉਦਾਰਵਾਦ ਹੈ ਦੋਨਾਂ 'ਚ ਇੱਕ ਸਮਾਨਤਾ ਪਾਈ ਜਾਂਦੀ ਹੈ ਇੱਕ ਦੋ। ਉਹ ਕਿਹੜੀਆਂ ਨੇ ਜੀ? ਸਟੇਟ ਸ਼ਕਤੀ ਨਹੀਂ, ਇੱਛਾ 'ਤੇ ਆਧਾਰਿਤ ਆ। ਠੀਕ ਹੈ ਜੀ, ਜਿਵੇਂ ਮਨੁੱਖ ਚਾਹੂਗਾ ਉਸ ਤਰ੍ਹਾਂ ਹੀ ਸਟੇਟ ਕੰਮ ਕਰੂਗੀ, ਜਿਵੇਂ ਵੀ ਵਿਅਕਤੀ ਚਾਹਣਗੇ। ਦੋਨਾਂ ਨੇ ਇਹੀ ਵਿਚਾਰਧਾਰਾ ਜਿਹੜੀ ਅਪਣਾਈ ਸੀ। TH ਗ੍ਰੀਨ ਕੀ ਕਹਿੰਦੇ? ਸਟੇਟ ਇਜ਼ ਨਾਟ ਅ ਫੋਰਸ, ਇਟ ਇਜ਼ ਅ ਬਿਲ ਆਫ ਪੀਪਲ। ਬਿਲ ਮੀਨਸ ਪਾਵਰ ਆਫ ਪੀਪਲ, ਠੀਕ ਹੈ ਨਾ। ਇਹ ਇੱਕ ਮਤਲਬ ਆਪਾਂ ਕਹੀਏ ਫੋਰਸ ਨਹੀਂ ਹੈਗੀ, ਲੋਕਾਂ ਨੂੰ ਦਬਾ ਨਹੀਂ ਪਾ ਸਕਦੀ ਸਟੇਟ। ਇਹ ਕੀ ਆ? ਪਾਵਰ ਕਿਹਦੀ ਆ, ਸ਼ਕਤੀ ਕਿਹਦੀ ਆ? ਲੋਕਾਂ ਦੀ ਹੈ ਸਟੇਟ। ਉਸ ਤੋਂ ਬਾਅਦ ਜੀ ਆਪਾਂ ਕਰਦੇ ਹਾਂ ਉਦਾਰਵਾਦ ਪੂੰਜੀਵਾਦ ਦਾ ਸਮਰਥਕ ਹੈ ਨਾ ਕਿ ਸਮਾਜਵਾਦ ਦਾ। ਇਹ ਵੀ ਗੱਲ ਧਿਆਨ 'ਚ ਰੱਖ ਲਿਓ ਜੀ, ਇਹਨੇ ਪੂੰਜੀਵਾਦ ਨੂੰ ਸਪੋਰਟ ਕੀਤਾ ਸੀ, ਸਮਾਜਵਾਦ ਨੂੰ ਨਹੀਂ ਸਪੋਰਟ ਕੀਤਾ ਸੀ। ਰਾਜ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਸਾਧਨ ਹੈ। ਦੋਨਾਂ ਨੇ ਮੰਨਿਆ ਕਿ ਜਿਹੜੀਆਂ ਲੋੜਾਂ ਹੁੰਦੀਆਂ ਪੂਰੀਆਂ ਕਰਨ ਦਾ ਸਾਧਨ ਹੈ। ਮਾਡਰਨ ਜਿਹੜੀ ਉਦਾਰਵਾਦੀ ਹੈ ਉਹ ਕੀ ਕਹਿੰਦੇ ਨੇ? ਉਹਨਾਂ ਨੇ ਕੀ ਪੇਸ਼ ਕੀਤਾ ਜੀ? ਲੋਕਤੰਤਰ ਦਾ ਜਿਹੜਾ ਕਨਸੈਪਟ ਆ ਉਹਨਾਂ ਨੇ ਇਨਡਾਇਰੈਕਟ ਡੈਮੋਕ੍ਰੇਸੀ ਹੈ ਜਿਹੜੀ ਪੇਸ਼ ਕੀਤੀ, ਭਾਵ ਕਿ ਰੀਪ੍ਰਜੈਂਟੇਟਿਵ ਡੈਮੋਕ੍ਰੇਸੀ ਨੂੰ ਸਪੋਰਟ ਕਰੀ। ਕਿਹਨਾਂ ਨੇ? ਜਿਹੜੇ ਨਵੀਨ ਉਦਾਰਵਾਦੀ ਆ। ਅਤੇ ਮਾਡਰਨ ਜਿਹੜੇ ਸੀਗੇ ਲਿਬਰਲਿਜ਼ਮ ਵਾਲੇ ਉਹਨਾਂ ਨੇ ਸਟੇਟ ਨੂੰ ਵੈਲਫੇਅਰ ਕਲਿਆਣਮਈ ਸੰਸਥਾ ਮੰਨਿਆ ਨਾ ਰਾਜ ਨੂੰ,
ਤੇ ਪੋਜ਼ਿਟਿਵ ਸਟੇਟ ਮੰਨਦੇ ਆ ਇਹਨਾਂ ਨੂੰ। ਲਿਬਰਲਿਜ਼ਮ ਦੀ ਜਿਹੜੀ ਥਿਊਰੀ ਹੈ ਮਾਡਰਨ, ਲਿਬਰਲ ਥਿਊਰੀ ਆਫ ਡੈਮੋਕ੍ਰੇਸੀ ਦੀ ਜੇਕਰ ਆਪਾਂ ਗੱਲ ਕਰੀਏ ਜਿਹੜੇ ਮਾਡਰਨ ਵਾਲੇ ਨੇ ਤਾਂ ਉਹ ਦੋ ਤਰ੍ਹਾਂ ਨਾਲ ਡੈਮੋਕ੍ਰੇਸੀ ਦੀ ਆਪਾਂ ਕਰ ਹੀ ਚੁੱਕੇ ਹਾਂ, ਰੀਪ੍ਰਜੈਂਟੇਟਿਵ ਡੈਮੋਕ੍ਰੇਸੀ ਤੇ ਇਨਡਾਇਰੈਕਟ ਡੈਮੋਕ੍ਰੇਸੀ ਤੇ ਜ਼ੋਰ ਦਿੱਤਾ ਮਾਡਰਨ ਉਦਾਰਵਾਦੀਆਂ ਨੇ। ਹਾਂਜੀ, ਹੁਣ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਜੋ ਇਸ ਦੇ ਜਨਮਦਾਤਾ ਜੌਨ ਲੋਕ ਉਹਨਾਂ ਬਾਰੇ। ਜੌਨ ਲੋਕ ਦਾ ਜਨਮ ਜੀ 1632 ਨੂੰ ਰਿੰਗਟਨ ਨਾਮਕ ਸਥਾਨ 'ਤੇ ਹੋਇਆ। ਇੰਗਲੈਂਡ ਦਾ ਇੱਕ ਪ੍ਰਸਿੱਧ ਵਿਦਵਾਨ ਸੀ ਅਤੇ ਜੋ ਰਿੰਗਟਨ ਸ਼ਹਿਰ ਆ ਜੀ ਇਹ ਵੀ ਇੰਗਲੈਂਡ ਦੇ ਵਿੱਚ ਹੈ। 30 ਗ੍ਰੰਥਾਂ ਦੀ ਇਹਨਾਂ ਨੇ ਰਚਨਾ ਕੀਤੀ। ਮੌਤ ਇਹਨਾਂ ਦੀ ਹੋਈ ਜੀ 1704 ਦੇ ਵਿੱਚ। ਸਹਿਣਸ਼ੀਲਤਾ ਉੱਪਰ ਇਹਨਾਂ ਨੇ ਜ਼ੋਰ ਦਿੱਤਾ ਅਤੇ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਕਈ ਰਚਨਾਵਾਂ ਨੇ ਇਹਨਾਂ ਦੀਆਂ ਜੀ, ਇਹਨਾਂ ਨੇ ਮੋਸਟਲੀ ਲੇਖ ਲਿਖੇ ਸੀਗੇ ਹੈ ਨਾ। ਅਤੇ ਪਹਿਲਾ ਸੀ ਜੀ ਸਹਿਣਸ਼ੀਲਤਾ ਉੱਤੇ ਪਹਿਲਾ ਲੇਖ 1699 'ਚ ਆਇਆ। ਸਹਿਣਸ਼ੀਲਤਾ ਉੱਪਰ ਦੂਜਾ ਲੇਖ 1690 'ਚ ਆਇਆ। ਸਹਿਣਸ਼ੀਲਤਾ ਉੱਪਰ ਤੀਜਾ ਲੇਖ, ਸਹਿਣਸ਼ੀਲਤਾ ਦੇ ਉੱਪਰ ਚੌਥਾ ਲੇਖ ਆਇਆ ਜੀ 1692 'ਚ। ਮਨੁੱਖੀ ਸਮਝੌਤੇ ਸੰਬੰਧੀ ਲੇਖ ਅਤੇ ਸ਼ਾਸਨ ਉੱਪਰ 2 ਲੇਖ ਇਹਨਾਂ ਦੀਆਂ ਰਚਨਾਵਾਂ ਨੇ ਅਤੇ ਇਹਨਾਂ ਨੂੰ ਯਾਦ ਕਰ ਲੈਣਾ। ਹਾਂਜੀ, ਵੈਸੇ ਇੱਧਰ ਵੀ ਮੈਂਸ਼ਨ ਕੀਤੇ ਗਏ ਆ। ਮਨੁੱਖੀ ਸੁਭਾਅ ਸੰਬੰਧ 'ਚ ਲੇਖ 1690, ਸ਼ਾਸਨ ਦੇ 2 ਸਮਝੌਤੇ 1690, ਕੈਰੋਲੀਨ ਦੇ ਸੰਵਿਧਾਨ ਦੇ ਮੌਲਿਕ ਤੱਤ 1962 ਦੇ ਵਿੱਚ। ਇੰਗਲੈਂਡ ਕ੍ਰਾਂਤੀ ਹੋਈ ਜੀ, ਕ੍ਰਾਂਤੀਆਂ ਦੇ ਨਾਮ ਲਿਖੇ ਗਏ ਨੇ ਜੀ ਕਿਹੜੀਆਂ ਮੁੱਖ ਹੋਈਆਂ ਸੀਗੀਆਂ ਕਿਉਂਕਿ ਇਹਨਾਂ ਵਿੱਚੋਂ ਕੁਐਸਚਨ ਆ ਜਾਂਦੇ ਨੇ, ਮੈਂਸ਼ਨ ਕਰ ਹੀ ਦਿੱਤੀਆਂ ਗਈਆਂ। ਇੰਗਲੈਂਡ ਕ੍ਰਾਂਤੀ ਹੋਈ 1688 'ਚ, ਅਮਰੀਕੀ ਕ੍ਰਾਂਤੀ ਹੋਈ 1776 'ਚ, ਫਰਾਂਸ ਦੀ ਕ੍ਰਾਂਤੀ ਹੋਈ ਜੀ 1799 'ਚ। 19ਵੀਂ ਸਦੀ ਉਦਾਰਵਾਦ ਦਾ ਯੁੱਗ ਮੰਨਿਆ ਜਾਂਦਾ। 19ਵੀਂ ਸਦੀ ਨੂੰ ਉਦਾਰਵਾਦ ਦੀ ਵਿਰੋਧੀ ਵਿਚਾਰਧਾਰਾ ਸੀਗੀ ਜਿਹੜੀ ਉਹ ਸੀ ਜੀ ਮਾਰਕਸਵਾਦ। ਇਸ ਨੂੰ ਨੋਟ ਕਰ ਲਿਓ। ਆਰਥਿਕ ਉਦਾਰਵਾਦ 'ਤੇ ਜ਼ੋਰ ਦਿੱਤਾ ਐਡਮ ਸਮਿਥ ਨੇ। ਜੌਨ ਲੋਕ ਨੇ ਕਿਸ ਕੁਦਰਤੀ ਅਧਿਕਾਰ 'ਤੇ ਜ਼ੋਰ ਦਿੱਤਾ ਸੀ? ਉਹ ਦਿੱਤਾ ਸੀ ਜੀ ਸੰਪત્ਤੀ ਦੇ ਅਧਿਕਾਰ 'ਤੇ। ਇਹਨੂੰ ਕੁਦਰਤੀ ਅਧਿਕਾਰ ਮੰਨਿਆ ਸੀ। ਰਾਜ ਦੇ ਉਦੇਸ਼ ਵਿਅਕਤੀ ਦਾ ਨੈਤਿਕ ਵਿਕਾਸ ਕਰਨਾ, ਇਹ ਮੰਨਦੇ ਨੇ ਜੀ ਲਾਸਕੀ, ਵੀ ਰਾਜ ਦਾ ਜਿਹੜਾ ਉਦੇਸ਼ ਆ ਵਿਅਕਤੀ ਦਾ ਨੈਤਿਕ ਵਿਕਾਸ ਕਰਨਾ ਹੁੰਦਾ, ਲਾਸਕੀ ਨੇ ਕਿਹਾ ਸੀ। ਇਸ ਤੋਂ ਬਿਨਾਂ ਜੀ ਇੱਕ ਇੰਪੋਰਟੈਂਟ ਬੁੱਕ ਆ ਲਿਬਰਲਿਜ਼ਮ ਜੋ ਸਾਨੂੰ ਮਿਲਦੀ ਆ, ਉਹ ਹੈ ਦੇ ਰਾਈਟਰ ਨੇ ਜੀ ਲੁਡਵਿਗ ਬੋਨ, ਅਤੇ ਜਿਹੜੀ ਕਿ ਕਿਹਦੇ ਬਾਰੇ ਆ? ਕਲਾਸੀਕਲ ਲਿਬਰਲਿਜ਼ਮ ਪ੍ਰੋਪਰਟੀ ਦੇ ਬਾਰੇ ਹੈ। ਪਬਲੀਕੇਸ਼ਨ ਜੋ ਪਬਲਿਸ਼ ਹੋਈ, ਪ੍ਰਕਾਸ਼ਿਤ ਹੋਈ ਜੀ ਇਹ 1927 'ਚ ਹੋਈ ਹੈ। ਬੁੱਕ ਬਹੁਤ ਹੀ ਇੰਪੋਰਟੈਂਟ ਆ ਅਤੇ ਪੁੱਛ ਲੈਂਦੇ ਨੇ ਕਿਸ ਦੀ ਆ। ਪ੍ਰਮੁੱਖ ਉਦਾਰਵਾਦੀ ਦੇਸ਼ ਨੇ ਜੀ ਉਹ ਅਮਰੀਕਾ ਅਤੇ ਇੰਗਲੈਂਡ ਨੇ। ਉਦਾਰਵਾਦ ਦਾ ਘਰ ਕਿਹਾ ਜਾਂਦਾ ਇੰਗਲੈਂਡ ਨੂੰ, ਇਸ ਨੂੰ ਵੀ ਯਾਦ ਰੱਖ ਲੈਣਾ। ਵਿਅਕਤੀ ਦੀ ਇੱਕ ਵਿਸ਼ੇਸ਼ਤਾ ਉਸਦਾ ਆਪਣਾ ਦ੍ਰਿਸ਼ਟੀਕੋਣ ਹੈ। ਇਹ ਵਿਚਾਰ ਸੀ ਜੀ ਜੌਨ ਲੋਕ ਦਾ। ਕਿਸ ਦੇ ਵਿਚਾਰਾਂ ਨਾਲ ਉਦਾਰਵਾਦ ਦੀ ਉਤਪਤੀ ਹੋਈ? ਥਾਮਸ ਹੋਬਸ ਦੇ ਵਿਚਾਰਾਂ ਨਾਲ। ਸਮਾਜਿਕ ਉਦਾਰਵਾਦ ਹੌਬ ਹਾਊਸ ਨੇ ਕਿਹਾ ਇਸ ਨੂੰ। ਆਰਥਿਕ ਉਦਾਰਵਾਦ ਕਿਹਾ ਜੀ ਐਡਮ ਸਮਿਥ ਨੇ। ਪਰੰਪਰਾਵਾਦੀ ਸ਼ਾਸਤਰੀ ਨਕਾਰਾਤਮਕ ਉਦਾਰਵਾਦ। ਹੁਣ ਆਪਾਂ ਸ਼ਬਦ ਨਵਾਂ ਪੜ੍ਹਿਆ ਇੱਥੇ, ਸ਼ਾਸਤਰੀ ਅਤੇ ਪਰੰਪਰਾਵਾਦੀ ਵਾਲਿਆਂ ਨੂੰ ਸ਼ਾਸਤਰੀ ਵੀ ਕਿਹਾ ਜਾਂਦਾ ਜੀ, ਤਾਂ ਇਸ ਨੂੰ ਧਿਆਨ ਵਿੱਚ ਰੱਖ ਲੈਣਾ, ਕਨਫਿਊਜ਼ ਨਹੀਂ ਹੋਣਾ। ਇਸ ਦੇ ਨਾਲ ਹੀ ਆਪਣੀ ਜਿਹੜੀ ਅੱਜ ਦੀ ਕਲਾਸ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਅਗਰ ਕੋਈ ਵੀ ਮਿਸਟੇਕ ਹੁੰਦੀ ਹੈ ਜਾਂ ਫਿਰ ਕੋਈ ਵੀ ਸੁਧਾਰ ਕਰਨ ਵਾਲਾ ਹੁੰਦਾ ਵੀਡੀਓ ਦੇ ਵਿੱਚ, ਪਲੀਜ਼ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਆ ਕਰੋ ਅਤੇ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ, ਰਿਲੇਟਿਵਸ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ, ਤਦ ਤੱਕ ਲਈ ਧੰਨਵਾਦ।